हेलो एवरीवन वेलकम टू द चैनल स्टडी विद पूजा। सो पिछली वीडियो ਦੇ ਵਿੱਚ ਆਪਾਂ ਹਿਊਮਨ ਫਿਜ਼ੀਓਲੋਜੀ ਸਟਾਰਟ ਕੀਤੀ ਸੀ, ठीक है। एंड न्यूट्रीएंट्स के बारे थोड़ा पढ़िया सी जिन्हें ਜਿਹੜੇ ਕਿ ਅੱਗੇ ਬੋਡੀ ਦੇ ਵਿੱਚ ਡਾਈਜੈਸਟ ਹੋ ਕੇ ਸਾਨੂੰ એનર્ਜੀ ਦਿੰਦੇ ਆ, ठीक है। ਸੋ ਇਹਦੇ ਵਿੱਚ ਆਪਾਂ ਇਹ ਡਾਈਜੈਸਟਿਵ ਸਿਸਟਮ ਨੂੰ ਲੈ ਕੇ ਜਿਹੜੇ ਗਲੈਂਡਸ ਔਰ ਆਰਗਨਸ ਹੁੰਦੇ ਇਹਨਾਂ ਬਾਰੇ ਥੋੜਾ ਦੇਖਿਆ ਸੀ, ठीक है। ਸੋ ਅੱਗੇ ਆਪਾਂ ਕਰਦੇ ਹਾਂ ਕਿ ਇਹ ਸਾਰੇ ਪਾਰਟਸ ਦੇ ਵਿੱਚ ਡਾਈਜੈਸ਼ਨ ਕਿੱਦਾਂ ਹੁੰਦੀ ਹੈਗੀ ਆ ਐਂਡ किस तरीके ਨਾਲ ਜਿਹੜੀ ਬੋਡੀ ਆ ਉਹ ਫੰਕਸ਼ਨ ਕਰਦੀ ਆ ਉਹਨਾਂ ਕੰਪੋਨੈਂਟਸ ਨੂੰ ਜਿੱਦਾਂ ਫੈਟ ਕਾਰਬੋਹਾਈਡਰੇਟ ਐਂਡ ਪ੍ਰੋਟੀਨਸ ਨੂੰ ਬ੍ਰੇਕ ਕਰਨ ਦੇ ਲਈ, ठीक है। ਸੋ ਸਟਾਰਟ ਕਰਦੇ ਹਾਂ। ਡਾਈਜੈਸ਼ਨ ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਪੜ੍ਹਿਆ ਸੀਗਾ ਕਿ ਡਾਈਜੈਸ਼ਨ ਕੀ ਹੁੰਦੀ ਹੈਗੀ ਆ, ਹੈ ਨਾ। ਡਾਈਜੈਸ਼ਨ ਉਹ ਪ੍ਰੋਸੈਸ ਹੈਗੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੈਕਸ ਫੂਡ ਹੈਗਾ ਆ ਉਹ ਐਨਜ਼ਾਈਮ ਦੀ ਹੈਲਪ ਦੇ ਨਾਲ ਨਾਰਮਲ ਬੋਡੀ ਟੈਂਪਰੇਚਰ 'ਤੇ ਕੰਪਲੈਕਸ ਤੋਂ ਸਿੰਪਲ ਸਬਸਟੈਂਸ ਕਨਵਰਟ ਹੁੰਦਾ ਆ ਅਤੇ ਸਾਨੂੰ એનર્ਜੀ ਪ੍ਰੋਵਾਈਡ ਕਰਦਾ ਆ, ਠੀਕ ਹੈ। ਹੁਣ ਇਹ ਜਿਹੜਾ ਫੂਡ ਜਦੋਂ ਡਾਈਜੈਸਟ ਹੁੰਦਾ ਬੋਡੀ ਦੇ ਵਿੱਚ ਐਬਜ਼ੋਰਬ ਹੁੰਦਾ ਆ ਸਾਡੀ ਇੰਟੈਸਟਾਈਨ ਦੇ ਵਿੱਚ, ਤਾਂ ਸੈੱਲ ਜਿਹਨਾਂ ਨੂੰ ਯੂਜ਼ ਕਰਕੇ ਸਾਨੂੰ એનર્ਜੀ ਦੇ ਪਾਉਂਦੇ ਆ, ਠੀਕ ਹੈ। ਇੱਦਾਂ ਹੀ ਹੁੰਦਾ ਨਾ ਕਿ ਪਹਿਲੇ ਅਸੀਂ ਖਾਣਾ ਖਾਂਦੀ ਹੈਗੀਆਂ, ਸਾਡੀ ਬੋਡੀ ਜਿਹੜੀ ਆ ਉਸ ਖਾਣਾ ਜਿਹੜਾ ਖਾਦਾ ਕੰਪਲੈਕਸ ਪਾਰਟ ਸੀਗਾ ਉਹਨੂੰ ਕਨਵਰਟ ਕਰਦੀ ਸਿੰਪਲ ਪਾਰਟ ਵਿਦ ਹੈਲਪ ਆਫ ਐਨਜ਼ਾਈਮ, ਠੀਕ ਹੈ। ਜਦੋਂ ਸਾਡੀ ਮਤਲਬ ਡਾਈਜੈਸਟ ਹੋ ਜਾਂਦੇ ਅਤੇ ਉਹਦੇ ਤੋਂ ਜਿਹੜੀ ਐਬਜ਼ੋਰਪਸ਼ਨ ਹੁੰਦੀ ਆ ਉਹ ਸਾਡੀ ਸਮੋਲ ਇੰਟੈਸਟਾਈਨ 'ਚ ਹੁੰਦੀ ਆ, ਵੇਸਟ ਸਾਡੀ ਐਨਐਸ ਤੋਂ ਰਿਮੂਵ ਹੋ ਜਾਂਦਾ ਹੈ, ਠੀਕ ਹੈ। ਸੋ ਜਿਹੜੀ ਐਬਜ਼ੋਰਬਡ ਫੂਡ ਹੁੰਦਾ ਆ ਉਹੀ ਸਾਨੂੰ એનર્ਜੀ ਦਿੰਦਾ, ठीक है। ਹੁਣ ਆਪਾਂ ਇਹੀ ਪੜ੍ਹਨਾ ਕਿ ਕਿਹੜੇ ਕੰਪੋਨੈਂਟਸ ਜਿੱਦਾਂ ਫੈਟ ਹੋ ਗਈ, ਕਾਰਬੋਹਾਈਡਰੇਟ ਹੋ ਗਿਆ ਐਂਡ ਪ੍ਰੋਟੀਨ ਵਗੈਰਾ, ਹੈ ਨਾ, ਇਹ ਕਿੱਦਾਂ ਡਾਈਜੈਸਟ ਹੁੰਦੇ ਬੋਡੀ ਦੇ ਵਿੱਚ ਕਿਹਨਾਂ ਪਾਰਟਸ ਦੇ ਥਰੂ। ਸੋ ਅਗਰ ਸਾਨੂੰ ਪਹਿਲੇ ਪਾਰਟਸ ਦਾ ਪਤਾ ਹੋਏਗਾ ਤਾਂ ਹੀ ਅਸੀਂ ਪ੍ਰੋਪਰ ਕਰ ਪਾਵਾਂਗੇ, ਠੀਕ ਹੈ। ਪਾਰਟਸ ਦੇ ਬਾਰੇ ਆਪਾਂ ਸਟਾਰਟਿੰਗ ਦੇ ਵਿੱਚ ਥੋੜ੍ਹਾ ਡਿਸਕਸ ਕੀਤਾ ਸੀ, ਪਿਛਲੀ ਵੀਡੀਓ ਦੇ ਵਿੱਚ ਵੀ ਕੀਤਾ ਸੀ। ਸੋ ਅਗਰ ਤੁਸੀਂ ਪਿਛਲੀ ਵੀਡੀਓ ਨਹੀਂ ਦੇਖੀ ਹੈਗੀ ਤਾਂ ਪਲੇਲਿਸਟ 'ਤੇ ਜਾ ਕੇ ਜ਼ਰੂਰ ਇੱਕ ਵਾਰ ਵੀਡੀਓ ਨੂੰ ਚੈੱਕ ਕਰ ਲਓ, ਠੀਕ ਹੈ, ਤਾਂ ਕਿ ਇਹ ਪਾਰਟਸ ਵਿੱਚ ਬਣੀਆਂ ਹੋਈਆਂ ਕਿ ਅਗਰ ਤੁਸੀਂ ਫਸਟ ਪਾਰਟ ਦੇਖ ਰਹੇ ਹੋ ਤਾਂ ਤੁਹਾਨੂੰ ਸੈਕਿੰਡ ਪਾਰਟ ਬਿਲਕੁਲ ਕਲੀਅਰ ਰਹੇਗਾ, ਠੀਕ ਹੈ। ਸੋ ਹੁਣ ਹੈ ਕਿ ਫੂਡ ਦੀ ਡਾਈਜੈਸ਼ਨ ਹੁੰਦੀ ਕਿੱਦਾਂ ਆ, ਠੀਕ ਹੈ। ਫੂਡ ਜਿਹੜਾ ਹੈਗਾ ਆ ਸਾਡੀ ਬੋਡੀ ਦੇ ਵਿੱਚ ਡਾਈਜੈਸ਼ਨ ਦੇ ਦੌਰਾਨ ਫੂਡ ਦੀ ਡਾਈਜੈਸ਼ਨ ਦੇ ਦੌਰਾਨ ਕਈ ਫਿਜ਼ੀਕਲ ਐਂਡ ਕੈਮੀਕਲ ਚੇਂਜਸ ਹੁੰਦੇ ਆ, ਠੀਕ ਹੈ। ਫਿਜ਼ੀਕਲੀ ਔਰ ਕੈਮੀਕਲੀ ਕਈ ਸਾਰੇ ਚੇਂਜਸ ਹੁੰਦੇ ਬੋਡੀ ਦੇ ਵਿੱਚ। ਹੁਣ ਇਹ ਫੂਡ ਕਿੱਥੇ ਡਾਈਜੈਸਟ ਹੁੰਦਾ ਆ, ਮਤਲਬ ਕੰਪਲੀਟ ਐਲੀਮੈਂਟਰੀ ਕੈਨਾਲ ਜਿਹੜਾ ਉਹ ਫੰਕਸ਼ਨ ਕਰਦਾ ਫੂਡ ਦੀ ਡਾਈਜੈਸ਼ਨ ਲਈ। ਐਲੀਮੈਂਟਰੀ ਕੈਨਾਲ ਮਾਊਥ ਤੋਂ ਲੈ ਕੇ ਐਨਸ ਤੱਕ ਦਾ ਜਿਹੜਾ ਸਾਰਾ ਪਾਰਟ ਹੈ ਇੱਕ ਹੀ ਆ ਐਲੀਮੈਂਟਰੀ ਕੈਨਾਲ ਆ, ਠੀਕ ਹੈ। ਐਲੀਮੈਂਟਰੀ ਕੈਨਾਲ ਦਾ ਜਿਹੜਾ ਐਂਟੀਰੀਅਰ ਮੈਕਸਿਮਮ ਅਪਰ ਪਾਰਟ ਜਿਹੜਾ ਹੁੰਦਾ ਉਹ ਸਾਰਾ ਕੀ ਕਰਦਾ, ਡਾਈਜੈਸ਼ਨ 'ਚ ਹੈਲਪ ਕਰਦਾ, ਜਿੱਦਾਂ ਸਟਮਕ ਵਗੈਰਾ ਹੋ ਗਈ, ਠੀਕ ਹੈ। ਐਂਡ ਜਿਹੜਾ ਪੋਸਟੀਰੀਅਰ ਪਾਰਟ ਹੁੰਦਾ ਆ ਉਹ ਐਬਜ਼ੋਰਪਸ਼ਨ 'ਚ ਹੈਲਪ ਕਰਦਾ, ਜਿੱਦਾਂ ਸਮੋਲ ਇੰਟੈਸਟਾਈਨ ਐਬਜ਼ੋਰਪਸ਼ਨ ਕਰਦੇ ਹੈਗੇ ਆ, ਠੀਕ ਹੈ। ਸੋ ਫਿਰ ਹੈਗਾ ਆ ਕਿ ਅਲੱਗ-ਅਲੱਗ ਬੋਡੀ ਦੇ ਜਿਹੜੇ ਪਾਰਟਸ ਹੈਗੇ ਆ ਉਹ ਅਲੱਗ-ਅਲੱਗ ਫੂਡ ਕੰਪੋਨੈਂਟਸ ਨੂੰ ਡਾਈਜੈਸਟ ਕਰਦੇ ਵਿਦ ਦ ਹੈਲਪ ਆਫ ਡਿਫਰੈਂਟ ਐਨਜ਼ਾਈਮਸ, ਠੀਕ ਹੈ। ਕਿ ਅਲੱਗ-ਅਲੱਗ ਐਨਜ਼ਾਈਮ ਮਤਲਬ ਪਰਟੀਕੂਲਰ ਐਨਜ਼ਾਈਮ ਹੀ ਪਰਟੀਕੂਲਰ ਜਿਹੜਾ ਕੰਪੋਨੈਂਟ ਆ ਉਹਨੂੰ ਬ੍ਰੇਕ ਕਰਕੇ ਸਿੰਪਲ ਪਾਰਟ 'ਚ ਕਨਵਰਟ ਕਰ ਪਾਏਗਾ। ਜਿੱਦਾਂ ਕਿ ਤੁਸੀਂ ਕੈਮਿਸਟਰੀ ਲਈ ਪ੍ਰੀਪੇਅਰ ਕਰਦੇ ਹੋ ਅਤੇ ਕੈਮਿਸਟਰੀ ਦੇ ਟੀਚਰ ਦੀ ਜ਼ਰੂਰਤ ਹੈ, ਠੀਕ ਹੈ, ਉਹੀ ਤੁਹਾਨੂੰ ਪ੍ਰੋਪਰ ਕਰਵਾ ਸਕਦੀ ਹੈ। ਬਾਇਓ ਕਰਨੀ ਹੋ ਅਤੇ ਬਾਇਓ ਟੀਚਰ ਦੀ ਜ਼ਰੂਰਤ ਹੈ। ਫਿਜ਼ਿਕਸ ਕਰਨੀ ਤਾਂ ਫਿਜ਼ਿਕਸ ਟੀਚਰ ਜ਼ਰੂਰੀ ਚਾਹੀਦਾ ਹੈ ਨਾ, ਔਰ ਮੈਥਸ ਦੇ ਲਈ ਮੈਥਸ ਟੀਚਰ ਜ਼ਰੂਰੀ ਚਾਹੀਦਾ, ਹੈ ਨਾ। ਇਹ ਤਾਂ ਪਰਫੈਕਟ ਚੀਜ਼ ਚਾਹੀਦੀ ਆ ਅਤੇ ਉਹਦੇ ਲਈ ਮਾਸਟਰ ਚਾਹੀਦੀ ਹੈ ਨਾ ਉਹਨਾਂ ਦੇ। ਸੋ ਸੇਮ ਇੱਦਾਂ ਹੀ ਫੂਡ ਦੇ ਪਰਟੀਕੂਲਰ ਕੰਪੋਨੈਂਟ ਦੀ ਡਾਈਜੈਸ਼ਨ ਦੇ ਲਈ ਪਰਟੀਕੂਲਰ ਐਨਜ਼ਾਈਮ ਹੀ ਚਾਹੀਦਾ ਆ, ਠੀਕ ਹੈ। ਸੋ ਉਹੀ ਅੱਗੇ ਦੱਸਿਆ ਹੋਇਆ ਜਿੱਦਾਂ ਕਿ ਇਹ ਸਾਡੀ ਲੀਵਰ ਹੈ, ਠੀਕ ਹੈ। ਈਸੋਫੇਗਸ ਹੈ ਮਤਲਬ ਜਿਹੜੀ ਮਾਊਥ ਤੋਂ ਟਿਊਬ ਜਾਂਦੀ ਹੈ ਸਟਮਕ ਵਾਲੀ ਸਾਈਡ, ਸਟਮਕ ਹੈ। ਸਟਮਕ ਤੋਂ ਬਾਅਦ ਆਉਂਦੀ ਹੈਗੀ ਆ ਇੱਧਰ ਨੀਚੇ ਪੈਂਕਰੀਆਸ ਆਉਂਦਾ ਹੈ, ਨਾਲ ਡਿਓਡਨਮ ਇਹਨਾਂ ਦੋਨਾਂ ਡਕਟ ਦੇ ਥਰੂ ਅਟੈਚ ਹੁੰਦੀ ਹੈਗੀ। ਡਿਓਡਨਮ ਮਤਲਬ ਸਮੋਲ ਇੰਟੈਸਟਾਈਨ ਦਾ ਪਾਰਟ, ਲਿਵਰ ਦੇ ਨਾਲ ਗੋਲ ਬਲੈਡਰ ਅਟੈਚ ਹੁੰਦਾ ਹੈ, ਠੀਕ ਹੈ। ਸੋ ਉਹੀ ਦੱਸਿਆ ਕਿ ਇਹਨਾਂ ਦੇ ਵਿੱਚ ਕਿਹੜੇ ਐਨਜ਼ਾਈਮ ਪ੍ਰੈਜ਼ੈਂਟ ਹੁੰਦੇ, ਇਹ ਨਾਲ ਸਟੱਡੀ ਕਰਦੇ ਹਾਂ, ਠੀਕ ਹੈ। ਕਾਰਬੋਹਾਈਡਰੇਟ ਦੀ ਸਭ ਤੋਂ ਪਹਿਲੇ ਪੜ੍ਹਦੇ ਹਾਂ ਕਿ ਕਾਰਬੋਹਾਈਡਰੇਟ ਦੀ ਡਾਈਜੈਸ਼ਨ ਕਿੱਦਾਂ ਹੁੰਦੀ ਹੈਗੀ ਆ। ਕਾਰਬੋਹਾਈਡਰੇਟ ਬਹੁਤ ਇੰਪੋਰਟੈਂਟ ਹੈ એનર્ਜੀ ਦੇ ਲਈ, ਠੀਕ ਹੈ। ਸੋ ਜਿਹੜੀ ਕਾਰਬੋਹਾਈਡਰੇਟ ਆ ਇਹ ਸਾਡੇ ਬਕਲ ਕੈਵਿਟੀ ਮਤਲਬ ਮਾਊਥ ਦੇ ਵਿੱਚ ਹੀ ਇਹ ਥੋੜ੍ਹੀ ਬਹੁਤ ਡਾਈਜੈਸਟ ਹੋਣੀ ਸ਼ੁਰੂ ਹੋ ਜਾਂਦੀ ਆ ਕਾਰਬੋਹਾਈਡਰੇਟ, ਠੀਕ ਹੈ। ਸੋ ਮਾਊਥ ਦੇ ਵਿੱਚ ਕੀ ਹੈਗਾ, ਸਲਾਈਵਰੀ ਗਲੈਂਡ ਜਿਹੜੀ ਕਿ ਸਲਾਈਵਾ ਮਤਲਬ ਥੁੱਕ ਨੂੰ ਸਿਕਰੇਟ ਕਰਦੇ ਆ, ਠੀਕ ਹੈ। ਸੋ ਉਸ ਸਲਾਈਵਾ ਦੇ ਵਿੱਚ ਕੀ ਹੁੰਦਾ, ਸਲਾਈਵਰੀ ਅਮਾਈਲੇਜ਼ ਨਾਮ ਦਾ ਐਨਜ਼ਾਈਮ ਹੁੰਦਾ ਆ ਜਿਹੜਾ ਕਿ ਸਟਾਰਚ ਕੀ ਆ, ਕਾਰਬੋਹਾਈਡਰੇਟ ਦੀ ਕੰਪਲੈਕਸ ਟਾਈਪ ਆ, ਠੀਕ ਹੈ, ਉਹਨੂੰ ਕਨਵਰਟ ਕਰਦਾ। ਦੇਖੋ ਕੰਪਲੈਕਸ ਪਾਰਟ ਜਿਹੜਾ ਆ ਉਹ ਸਿੰਪਲ ਪਾਰਟ 'ਚ ਕਨਵਰਟ ਹੋਏਗਾ, ਹੈ ਨਾ। ਕੰਪਲੈਕਸ ਕਿਹੜਾ ਹੋਏਗਾ, ਪੋਲੀਸੈਕਰਾਈਡ ਜਾਂ ਪੋਲੀਸੈਕਰਾਈਡ ਤੋਂ ਡਾਈਸੈਕਰਾਈਡ 'ਚ ਬਣਨਾ ਹੈ, ਠੀਕ ਹੈ। ਡਾਈਸੈਕਰਾਈਡ ਜਿਹੜਾ ਆ ਉਹ ਮੋਨੋਸੈਕਰਾਈਡ 'ਚ ਕਨਵਰਟ ਹੋਏਗਾ, ਠੀਕ ਹੈ। ਇਸੇ ਤਰੀਕੇ ਨਾਲ ਹੋਏਗਾ। ਸੋ ਜਿਹੜਾ ਕਿ ਸਲਾਈਵਰੀ ਅਮਾਈਲੇਜ਼ ਹੈ ਇਹ ਕੀ ਕਰਦਾ, ਸਟਾਰਚ ਜਿਹੜੀ ਪੋਲੀਸੈਕਰਾਈਡ ਆ ਉਹਨੂੰ ਕਨਵਰਟ ਕਰਦਾ ਆ ਡਾਈਸੈਕਰਾਈਡ 'ਚ। ਕੰਪਲੀਟਲੀ ਤਾਂ ਨਹੀਂ ਕਰ ਪਾਉਂਦਾ, ਚਲੋ ਜਿੰਨਾ ਵੀ ਕਰ ਸਕਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਟਮਕ 'ਚ ਤਾਂ ਕਾਰਬੋਹਾਈਡਰੇਟ ਡਾਈਜੈਸਟ ਨਹੀਂ ਹੁੰਦੀ, ਠੀਕ ਹੈ। ਕਿੱਥੇ ਹੁੰਦੀ ਆ, ਬਕਲ ਕੈਵਿਟੀ ਦੇ ਵਿੱਚ ਕੁਛ ਸਮੋਲ ਡਿਓਡਨਮ ਦੇ ਵਿੱਚ, ਬਾਕੀ ਸਮੋਲ ਇੰਟੈਸਟਾਈਨ ਦੇ ਬਾਕੀ ਪਾਰਟ ਦੇ ਵਿੱਚ ਡਾਈਜੈਸਟ ਹੁੰਦੀ ਹੈ, ਠੀਕ ਹੈ। ਸੋ ਮਾਊਥ ਦੇ ਵਿੱਚ ਬਕਲ ਕੈਵਿਟੀ ਦੇ ਵਿੱਚ ਸਲਾਈਵਰੀ ਅਮਾਈਲੇਜ਼ ਨੇ ਉਹਨੂੰ ਤੋੜ ਦਿੱਤਾ, ਡਾਈਸੈਕਰਾਈਡਸ ਕਨਵਰਟ ਕੀਤਾ। ਫਿਰ ਡਿਓਡਨਮ ਦੇ ਵਿੱਚ, ਡਿਓਡਨਮ ਕੀ ਹੁੰਦਾ, ਸਮੋਲ ਇੰਟੈਸਟਾਈਨ ਦਾ ਸਭ ਤੋਂ ਉੱਪਰ ਵਾਲਾ ਪਾਰਟ, ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਆ, ਪੈਂਕਰੀਆਟਿਕ ਜੂਸ ਜਿਹੜਾ ਮਤਲਬ ਪੈਂਕਰੀਆਸ ਤੋਂ ਸਿਕਰੀਟ ਹੋਇਆ ਜੂਸ ਜਿਹੜਾ ਸਮੋਲ ਇੰਟੈਸਟਾਈਨ 'ਚ ਆਇਆ, ਉਸ ਪੈਂਕਰੀਆਟਿਕ ਜੂਸ 'ਚ ਅਮਾਈਲੋਪਸਿਨ ਐਂਡ ਇੰਟੈਂਸਟੀਨਲ
ਅਮਾਈਲੇਜ਼ ਐਂਜ਼ਾਈਮ ਹੁੰਦਾ ਜਿਹੜਾ ਇਸ ਕਾਰਬੋਹਾਈਡਰੇਟ ਨੂੰ ਡਾਈਸੈਕਰਾਈਡ ਨੂੰ ਤੇ ਅਗਰ ਕੋਈ ਕਾਰਬੋਹਾਈਡਰੇਟ ਕੰਪਲੈਕਸ ਫਾਰਮ 'ਚ ਬਚੀ ਉਹਨੂੰ ਵੀ ਦੈਨ ਕਨਵਰਟ ਕਰਦਾ ਐਲਕੇਨਾਈਨ ਮੀਡੀਅਮ ਪ੍ਰੋਵਾਈਡ ਕਰਕੇ ਕਿ ਉਹ ਸਿੰਪਲ ਸਬਸਟੈਂਸ ਕਨਵਰਟ ਹੋ ਜਾਏ। ਯਾਨੀ ਕਿ ਅਗਰ ਪੋਲੀਸੈਕਰਾਈਡ ਹੈ ਕੁਛ ਹੱਦ ਤੱਕ ਤਾਂ ਉਹ ਵੀ ਡਾਈਸੈਕਰਾਈਡ 'ਚ ਕਨਵਰਟ ਹੋ ਜਾਏਗੀ। ਡਾਈਸੈਕਰਾਈਡ ਫਿਲਹਾਲ ਡਾਈਸੈਕਰਾਈਡ 'ਚ ਹੀ ਰਹੇਗੀ। ਡਾਈਸੈਕਰਾਈਡ 'ਚ ਮਾਲਟੋਜ਼, ਸੁਕਰੋਜ਼ ਐਂਡ ਲੈਕਟੋਜ਼ ਵਗੈਰਾ ਜਾਂਦੇ ਆ। ਠੀਕ ਹੈ, ਕੰਪਲੀਟਲੀ ਡਾਈਜੈਸਟ ਨਹੀਂ ਹੋਈ ਦੈਨ ਉਹ ਸਮੋਲ ਇੰਟੈਸਟਾਈਨ ਦੇ ਬਾਕੀ ਹਿੱਸੇ 'ਚ ਜਾਏਗੀ। ਠੀਕ ਹੈ, ਸਮੋਲ ਇੰਟੈਸਟਾਈਨ ਦੇ ਵਿੱਚ ਜਿਹੜਾ ਇੰਟੈਸਟਾਈਨ ਦੇ ਗਲੈਂਡ ਹੁੰਦੇ ਆ ਉਹ ਜੂਸ ਸਿਕ੍ਰੀਏਟ ਕਰਦੇ, ਮਤਲਬ ਕੈਮੀਕਲ ਸਿਕ੍ਰੀਏਟ ਕਰਦੇ, ਉਹਨੂੰ ਅਸੀਂ ਬੋਲਦੇ ਹਾਂ ਇੰਟੈਸਟਾਈਨਲ ਜੂਸ ਜਾਂ ਸਕਸ ਇੰਟ੍ਰਿਕਸ। ਠੀਕ ਹੈ, ਇਹ ਇਹਨਾਂ 'ਚ ਕੁਛ ਐਂਜ਼ਾਈਮਸ ਹੁੰਦੇ ਹੈਗੇ ਆ ਜਿਹੜੇ ਕਿ ਇਹਨੂੰ ਡਾਈਜੈਸਟ ਕਰਨ 'ਚ ਹੈਲਪ ਕਰਦੇ ਆ। ਜਿਹੜੀ ਡਾਈਸੈਕਰਾਈਡ ਆ ਉਹ ਮੋਨੋਸੈਕਰਾਈਡ 'ਚ ਕਨਵਰਟ ਹੋਏਗੀ। ਠੀਕ ਹੈ, ਡਾਈਸੈਕਰਾਈਡ ਬ੍ਰੇਕ ਹੁੰਦੀ ਹੈ ਐਂਡ 2 ਮੋਨੋਸੈਕਰਾਈਡ ਬਣਾਉਂਦੀ ਹੈ। ਸੋ ਜਿਹੜੀ ਸੁਕਰੋਜ਼ ਹੈ ਡਾਈਸੈਕਰਾਈਡ ਇਹ ਸੁਕਰੇਜ਼ ਐਂਜ਼ਾਈਮ ਦੀ ਹੈਲਪ ਨਾਲ ਗਲੂਕੋਜ਼ ਔਰ ਫਰਕਟੋਜ਼ ਬਣਾਉਂਦੀ ਹੈ। ਮਾਲਟੋਜ਼ ਜਿਹੜੀ ਮਾਲਟੇਜ਼ ਐਂਜ਼ਾਈਮ ਦੀ ਪ੍ਰੈਜ਼ੈਂਸ ਨਾਲ ਦੋਨੋਂ ਗਲੂਕੋਜ਼ ਦੇ ਮੋਲੀਕਿਊਲ ਬਣਾਉਂਦੀ ਹੈ ਐਂਡ ਲੈਕਟੋਜ਼ ਲੈਕਟੇਜ਼ ਐਂਜ਼ਾਈਮ ਦੀ ਹੈਲਪ ਦੇ ਨਾਲ ਗਲੂਕੋਜ਼ ਪਲੱਸ ਗੈਲੈਕਟੋਜ਼ ਜਿਹੜੀ ਹੈਗੀ ਆ ਇਹ 2 ਮੋਨੋਸੈਕਰਾਈਡ ਬਣਾ ਦਿੰਦੀ। ਸੋ ਜਿਹੜਾ ਪੋਲੀਸੈਕਰਾਈਡ ਸੀ ਉਹ ਮੋਨੋਸੈਕਰਾਈਡ 'ਚ ਕਨਵਰਟ ਹੋ ਗਿਆ। ਇਸ ਤਰੀਕੇ ਨਾਲ ਕਾਰਬੋਹਾਈਡਰੇਟ ਡਾਈਜੈਸਟ ਹੁੰਦੀ ਹੈ। ਠੀਕ ਹੈ, ਫਿਰ ਆਉਂਦੇ ਹਾਂ ਕਿ ਫੈਟ ਕਿੱਦਾਂ ਡਾਈਜੈਸਟ ਹੁੰਦੀ ਹੈ। ਹੁਣ ਫੈਟ ਜਿਹੜੀ ਹੈਗੀ ਆ ਇਹਨੂੰ ਅਸੀਂ ਫੈਟੀ ਐਸਿਡ ਵੀ ਬੋਲ ਸਕਦੇ ਹਾਂ। ਸੋ ਜਿਹੜੀ ਫੈਟ ਹੁੰਦੀ ਹੈਗੀ ਆ ਇਹ ਮਤਲਬ ਮਾਊਥ ਦੇ ਵਿੱਚ ਤਾਂ ਡਾਈਜੈਸਟ ਨਹੀਂ ਹੁੰਦੀ। ਠੀਕ ਹੈ, ਫੈਟ ਜਿਹੜੀ ਆ ਉਹ ਮਾਊਥ ਦੇ ਵਿੱਚ ਕੋਈ ਐਕਸ਼ਨ ਨਹੀਂ ਕਰਦੀ, ਕੋਈ ਬਿਲਕੁਲ ਡਾਈਜੈਸਟ ਨਹੀਂ ਹੁੰਦੀ ਆ। ਸਟਮਕ 'ਚ ਜਾ ਕੇ ਕੁਛ ਹੱਦ ਤੱਕ ਗੈਸਟ੍ਰਿਕ ਜੂਸ ਪ੍ਰੈਜ਼ੈਂਟ ਹੁੰਦਾ। ਠੀਕ ਹੈ, ਸਟਮਕ ਦੇ ਵਿੱਚ ਗੈਸਟ੍ਰਿਕ ਜੂਸ ਹੁੰਦਾ ਜਿਸ 'ਚ ਗੈਸਟ੍ਰਿਕ ਲਾਈਪੇਜ਼ ਨਾਮ ਦਾ ਐਂਜ਼ਾਈਮ ਹੁੰਦਾ। ਉਹ ਇਸ ਫੈਟ ਨੂੰ ਬ੍ਰੇਕ ਕਰਦਾ, ਥੋੜਾ ਸਿੰਪਲ ਸਬਸਟੈਂਸ ਕਨਵਰਟ ਕਰਦਾ। ਬਾਕੀ ਕੰਪਲੀਟ ਫੈਟ ਦੀ ਡਾਈਜੈਸ਼ਨ ਹੁੰਦੀ ਸਮੋਲ ਇੰਟੈਸਟਾਈਨ ਦੇ ਵਿੱਚ ਵਿਦ ਦ ਹੈਲਪ ਆਫ ਲਾਈਪੇਜ਼ ਔਰ ਬਾਈਲ। ਠੀਕ ਹੈ, ਲਾਈਪੇਜ਼ ਐਂਜ਼ਾਈਮ ਐਂਡ ਬਾਈਲ ਜੂਸ ਦੀ ਹੈਲਪ ਨਾਲ ਕੀ ਬਣ ਜਾਂਦਾ ਆ, ਫੈਟ ਜਿਹੜੀ ਆ ਫੈਟੀ ਐਸਿਡ ਪਲੱਸ ਗਲਿਸਰੋਲ 'ਚ ਕਨਵਰਟ ਹੁੰਦੀ ਆ। ਸਭ ਤੋਂ ਸਿੰਪਲ ਫਾਰਮ ਇਹਦੀ ਇਹੀ ਹੈ। ਠੀਕ ਹੈ, ਮਤਲਬ ਫੈਟ ਪਹਿਲੇ ਗਲੋਬਿਊਲਸ ਬਣਾਉਂਦੀ ਹੈ, ਛੋਟੇ ਛੋਟੇ ਡ੍ਰੌਪਲੇਟਸ ਕਨਵਰਟ ਹੁੰਦੀ, ਦੈਨ ਉਹ ਕੰਪਲੀਟ ਗਲਿਸਰੋਲ ਬਣਾਉਂਦੀ ਹੈਗੀ ਆ। ਠੀਕ ਹੈ, ਉਹ ਬੋਡੀ 'ਚ ਐਬਜ਼ੌਰਬ ਹੁੰਦਾ ਦੈਨ। ਠੀਕ ਹੈ, ਸੋ ਪੈਂਕਰੀਆਸ ਔਰ ਸਮੋਲ ਇੰਟੈਸਟਾਈਨ ਐਂਡ ਸਟਮਕ ਇਹਨਾਂ ਦੇ ਵਿੱਚ ਇਹਦੀ ਡਾਈਜੈਸ਼ਨ ਹੁੰਦੀ ਆ। ਸਭ ਤੋਂ ਪਹਿਲੇ ਸਟਮਕ 'ਚ ਹੁੰਦੀ ਆ, ਦੈਨ ਥੋੜ੍ਹੀ ਜਿਹੀ ਪੈਂਕਰੀਆਸ 'ਚ, ਬਾਕੀ ਸਮੋਲ ਇੰਟੈਸਟਾਈਨ 'ਚ। ਠੀਕ ਹੈ, ਸੋ ਫੈਟ ਰਿਮੇਨ ਅਨਚੇਂਜਡ ਇਨ ਦ ਬਕਲ ਕੈਵਿਟੀ। ਬਕਲ ਕੈਵਿਟੀ ਯਾਨੀ ਕਿ ਮਾਊਥ ਪਾਰਟ 'ਚ ਫੈਟ ਡਾਈਜੈਸਟ ਨਹੀਂ ਹੁੰਦੀ ਕਿਉਂਕਿ ਐਂਜ਼ਾਈਮ ਹੀ ਨਹੀਂ ਆ ਕੋਈ ਡਾਈਜੈਸਟ ਕਰਨ ਲਈ। ਪਾਰਸ਼ਲੀ ਸਟਮਕ 'ਚ ਡਾਈਜੈਸਟ ਹੋਏਗੀ, ਥੋੜਾ ਡਾਈਜੈਸਟ ਹੋ ਕੇ ਕੀ ਬਣਾਏਗੀ, ਥੋੜੇ ਫੈਟੀ ਐਸਿਡ ਪਲੱਸ ਗਲਿਸਰੋਲ ਬਣਾਏਗੀ ਵਿਦ ਦ ਹੈਲਪ ਆਫ ਗੈਸਟ੍ਰਿਕ ਲਾਈਪੇਜ਼ ਐਂਜ਼ਾਈਮ ਜਿਹੜਾ ਕਿ ਸਟਮਕ ਦੀ ਗੈਸਟ੍ਰਿਕ ਜੂਸ 'ਚ ਹੁੰਦਾ ਆ। ਉਸ ਤੋਂ ਬਾਅਦ ਆਉਂਦਾ ਡਿਊਡਨਮ ਦੇ ਵਿੱਚ ਜਿਹੜਾ ਬਾਈਲ ਆਇਆ ਹੁੰਦਾ ਆ ਲਿਵਰ ਤੋਂ ਐਂਡ ਉਹ ਕਨਵਰਟ ਕਰਦਾ ਇਹਨੂੰ, ਜਿਹੜੀ ਇਮਲਸੀਫਾਈਡ ਫੈਟ ਆ ਉਹਨੂੰ ਮੋਨੋ ਜਾਂ ਡਾਈਗਲਿਸਰਾਈਡ 'ਚ ਕਨਵਰਟ ਕਰਦਾ ਆ। ਫਿਰ ਜਿਹੜਾ ਪੈਂਕਰੀਆਟਿਕ ਲਾਈਪੇਜ਼ ਜਾਂ ਸਟੈਪਸਿਨ ਐਂਜ਼ਾਈਮ ਹੈ ਉਹਨੂੰ ਫੈਟੀ ਐਸਿਡ, ਬਾਕੀ ਦੀ ਬਚੀ ਫੈਟ ਨੂੰ ਫੈਟੀ ਐਸਿਡ ਔਰ ਗਲਿਸਰੋਲ 'ਚ ਕਨਵਰਟ ਕਰਦਾ। ਬਾਕੀ ਅਗਰ ਫੈਟ ਬਚੀ ਆ ਉਹਨੂੰ ਕਨਵਰਟ ਕਰੇਗਾ। ਦੈਨ ਸਮੋਲ ਇੰਟੈਸਟਾਈਨ ਦੇ ਵਿੱਚ ਇੰਟੈਸਟਾਈਨਲ ਲਾਈਪੇਜ਼ ਐਂਜ਼ਾਈਮ ਜਿਹੜਾ ਇਹਨੂੰ ਬ੍ਰੇਕ ਕਰਦਾ ਆ, ਕੰਪਲੀਟ ਫੈਟ ਨੂੰ ਬ੍ਰੇਕ ਕਰਕੇ ਸਮੋਲ ਗਲੋਬਿਊਲਸ ਸਮੋਲ ਡ੍ਰੌਪਲੇਟਸ 'ਚ ਕਨਵਰਟ ਕਰੇਗਾ, ਯਾਨੀ ਕਿ ਮੋਨੋ ਜਾਂ ਡਾਈਗਲਿਸਰਾਈਡ 'ਚ ਕਨਵਰਟ ਕਰ ਦੇਗਾ। ਬੇਸਿਕਲੀ ਤਾਂ ਮੋਨੋਗਲਿਸਰਾਈਡ ਦੇ ਵਿੱਚ ਤੇ ਉਹ ਯੂਜ਼ ਹੋ ਜਾਂਦੇ ਬੋਡੀ 'ਚ। ਸੋ ਇਹੀ ਦੱਸਿਆ ਹੋਇਆ ਇਹਦੇ ਵਿੱਚ। ਈਸੋਫੇਗਸ ਜਿਹੜਾ ਹੈਗਾ ਆ ਉਹਦੇ ਵਿੱਚ ਜਾਂ ਉਹਦੇ ਉੱਪਰ ਵਾਲੇ ਪਾਰਟਸ ਬਕਲ ਕੈਵਿਟੀ 'ਚ ਸਲਾਈਵਰੀ ਅਮਾਈਲੇਜ਼ ਸਟਾਰਚ ਨੂੰ ਮਾਲਟੋਜ਼ 'ਚ ਕਨਵਰਟ ਕਰਦਾ। ਸਟਮਕ ਦੇ ਵਿੱਚ ਪੈਪਟਿਓਸਿਸ ਸਟਮਕ ਐਸਿਡ ਪ੍ਰੈਜ਼ੈਂਟ ਹੁੰਦਾ ਜਿਹੜਾ ਕਿ ਪ੍ਰੋਟੀਨ ਨੂੰ ਬ੍ਰੇਕ ਕਰਦਾ। ਇਹ ਪੜਨਾ। ਲਿਵਰ ਔਰ ਗੋਲ ਬਲੈਡਰ ਬਾਈਲ ਸੌਲਟ ਦੀ ਹੈਲਪ ਨਾਲ ਲਿਪਿਡ ਨੂੰ ਐਮਲਸੀਫਾਈ ਕਰਦੇ, ਫੈਟ ਨੂੰ ਤੋੜਦੇ ਆ। ਠੀਕ ਹੈ, ਦੈਨ ਪੈਂਕਰੀਆਸ ਦੇ ਵਿੱਚ ਅਮਾਈਲੇਜ਼, ਲਾਈਪੇਜ਼, ਐਂਡੋਪੈਪਟਾਈਡੇਜ਼, ਨਿਊਕਲੀਏਜ਼, ਬਾਈਕਾਰਬੋਨੇਟ ਆਇਨਸ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਜਿਹੜੇ ਮਾਲਟੋਜ਼, ਫੈਟੀ ਐਸਿਡ, ਅਮੀਨੋ ਐਸਿਡ ਜਾਂ ਨਿਊਕਲੀਓਸਾਈਡ ਜਾਂ ਨਿਊਟਰਲਾਈਜ਼ ਕਰਦੇ ਸਟਮਕ ਐਸਿਡ ਨੂੰ। ਠੀਕ ਹੈ, ਸਮੋਲ ਇੰਟੈਸਟਾਈਨ ਜਿਹੜੇ ਹੈਗੇ ਉਹ 'ਚ ਐਂਜ਼ਾਈਮ ਹੁੰਦੇ ਆ ਜਿਹੜੇ ਕਿ ਕੰਪਲੀਟ ਡਾਈਜੈਸ਼ਨ ਕਰਦੇ ਆ ਫੂਡ ਦੀ। ਠੀਕ ਹੈ, ਸੋ ਕਿ ਲਾਸਟ ਹੈਗਾ ਕਿ ਫੈਟ ਦੀ ਡਾਈਜੈਸ਼ਨ ਸੋ ਇੱਥੇ ਹੈਗਾ ਲਾਸਟ ਦੇ ਵਿੱਚ ਕਿ ਪ੍ਰੋਟੀਨ ਦੀ ਡਾਈਜੈਸ਼ਨ ਕਿੱਦਾਂ ਹੁੰਦੀ ਹੈਗੀ ਹੈ। ਸੋ ਪ੍ਰੋਟੀਨ ਪਹਿਲੇ ਬਣਦਾ ਕਿੱਦਾਂ ਦੈਨ ਪਤਾ ਹੋਏਗਾ, ਫਿਰ ਹੀ ਬ੍ਰੇਕ ਕਰਨ ਬਾਰੇ ਪੜਾਂਗੇ। ਠੀਕ ਹੈ, ਸੋ ਪ੍ਰੋਟੀਨ ਬਣਦਾ ਕਿੱਦਾਂ, ਅਮੀਨੋ ਐਸਿਡ ਇਕੱਠੇ ਹੋ ਕੇ ਪੈਪਟਾਈਡ ਚੇਨ ਦੈਨ ਪੋਲੀਪੈਪਟਾਈਡ ਚੇਨ, ਉਸ ਤੋਂ ਬਾਅਦ ਪ੍ਰੋਟੀਨ ਬਣਾਉਂਦੇ ਆ। ਠੀਕ ਹੈ, ਸੋ ਜਿਹੜਾ ਹੁਣ ਪ੍ਰੋਟੀਨ ਹੈਗਾ ਆ ਇਹ ਸਟਮਕ ਦੇ ਵਿੱਚ ਸਟਾਰਟ ਹੁੰਦਾ ਹੈ ਡਾਈਜੈਸਟ ਹੋਣਾ। ਠੀਕ ਹੈ, ਸੋ ਸਭ ਤੋਂ ਪਹਿਲੇ ਕੀ ਹੁੰਦਾ, ਪ੍ਰੋਟੀਨ ਸਟਮਕ ਦੇ ਵਿੱਚ ਪੈਪਸਿਨ ਐਂਜ਼ਾਈਮ ਹੁੰਦਾ। ਠੀਕ ਹੈ, ਸਟਮਕ 'ਚ ਕੀ ਆ, ਗੈਸਟ੍ਰਿਕ ਜੂਸ ਜਿਹੜਾ ਹੈਗਾ ਆ ਉਹਦੇ ਵਿੱਚ ਪੈਪਸਿਨ ਐਂਜ਼ਾਈਮ ਆ। ਇਹ ਪੈਪਸਿਨ ਪ੍ਰੋਟੀਨ ਨੂੰ ਥੋੜਾ ਤੋੜਦਾ ਹੈ, ਸਿੰਪਲ ਸਬਸਟੈਂਸ ਕਨਵਰਟ ਕਰਦਾ, ਪ੍ਰੋਟੀਏਜ਼ਸ ਐਂਡ ਪੈਪਟੋਨ। ਇਹ ਪੈਪਟੋਨ ਜਾਂ ਬਚਿਆ ਹੋਇਆ ਪ੍ਰੋਟੀਨ ਜਾਂ ਪ੍ਰੋਟੀਓਜ਼ਸ ਜਿਹੜੇ ਹੈਗੇ ਆ ਇਹ ਫਿਰ ਜਾਂਦੇ ਆ ਸਮੋਲ ਇੰਟੈਸਟਾਈਨ 'ਚ ਪੈਂਕਰੀਆਟਿਕ ਜੂਸ ਜਿਹੜਾ ਪੈਂਕਰੀਆਸ ਤੋਂ ਆਇਆ ਹੁੰਦਾ ਉਹ ਪ੍ਰੈਜ਼ੈਂਟ ਹੁੰਦਾ। ਪੈਂਕਰੀਆਟਿਕ ਜੂਸ ਦੇ ਜਿਹੜੇ ਐਂਜ਼ਾਈਮ ਹੈਗੇ ਆ ਟ੍ਰਿਪਸਿਨ ਔਰ ਕੀਮੋਟ੍ਰਿਪਸਿਨ, ਇਹ ਪ੍ਰੋਟੀਨ ਪੈਪਟੋਨਸ ਜਾਂ
ਪ੍ਰੋਟੀਓਸਿਸ ਨੂੰ ਕਨਵਰਟ ਕਰਦੇ ਪੈਪਟੋਨ ਤੇ ਪੋਲੀਪੈਪਟਾਈਡ ਦੇ ਵਿੱਚ, ਠੀਕ ਹੈ। ਮਤਲਬ ਹੱਲੇ ਜਿਹੜਾ ਪ੍ਰੋਟੀਨ ਬ੍ਰੇਕ ਹੋ ਕੇ ਪੋਲੀਪੈਪਟਾਈਡ ਹੀ ਬਣਿਆ। ਹੁਣ ਪੋਲੀਪੈਪਟਾਈਡ ਤੋਂ ਜਿਹੜਾ ਹੈਗਾ ਆ ਉਹ ਟ੍ਰਾਈਪੈਪਟਾਈਡ, ਡਾਈਪੈਪਟਾਈਡ, ਦੈਨ ਅਮੀਨੋ ਐਸਿਡ ਬਣੇਗਾ। ਸੋ ਪੋਲੀਪੈਪਟਾਈਡ ਬਣ ਚੁੱਕਾ ਕਿੱਥੇ, ਸਮੋਲ ਇੰਟੈਸਟਾਈਨ ਦੇ ਵਿੱਚ ਪੈਂਕਰੀਆਟਿਕ ਜੂਸ ਦੀ ਹੈਲਪ ਨਾਲ। ਕੰਪਲੀਟਲੀ ਡਾਈਜੈਸਟ ਨਹੀਂ ਹੋਇਆ, ਦੈਨ ਫਿਰ ਕੀ ਹੋਏਗਾ, ਸਮੋਲ ਇੰਟੈਸਟਾਈਨ ਜਿਹੜੀ ਹੈਗੀ ਆ, ਠੀਕ ਹੈ, ਇਹਦੇ ਵਿੱਚ ਇੰਟੈਸਟਾਈਨਲ ਜੂਸ ਸੈਕਸ ਇੰਟ੍ਰਿਕਸ ਜਿਹੜਾ ਹੈਗਾ ਆ ਉਹਦੇ ਵਿੱਚ ਹੋਰ ਐਨਜ਼ਾਈਮ ਹੈਗੇ ਆ ਕਿਹੜੇ, ਟ੍ਰਾਈਪੈਪਟਾਈਡੇਜ਼, ਡਾਈਪੈਪਟਾਈਡੇਜ਼, ਅਮੀਨੋਪੈਪਟਾਈਡੇਜ਼। ਇਹ ਕੰਪਲੀਟਲੀ ਬ੍ਰੇਕ ਕਰਨਗੇ ਪ੍ਰੋਟੀਨ ਨੂੰ ਸਿੰਪਲ ਸਬਸਟੈਂਸ ਯਾਨੀ ਅਮੀਨੋ ਐਸਿਡਸ, ਠੀਕ ਹੈ। ਸੋ ਐਨਜ਼ਾਈਮ ਕਾਰਬੋਕਸੀਪੈਪਟਾਈਡੇਜ਼ ਹਾਈਡਰੋਲਾਈਜ਼ ਕਰਦਾ ਆ ਪੋਲੀਪੈਪਟਾਈਡ ਨੂੰ ਅਮੀਨੋ ਐਸਿਡਸ ਮਤਲਬ ਕੰਪਲੈਕਸ ਟੂ ਸਿੰਪਲ ਸਬਸਟੈਂਸ। ਸੋ ਇਹੀ ਪੜ੍ਹਦੇ ਹਾਂ, ਪੋਲੀਪੈਪਟਾਈਡ ਚੇਨ ਜਿਹੜੀ ਹੁੰਦੀ ਆ, ਪ੍ਰੋਟੀਨ ਬ੍ਰੇਕ ਹੋ ਗਿਆ, ਪੋਲੀਪੈਪਟਾਈਡ ਚੇਨ 'ਚ ਕਨਵਰਟ ਹੋ ਗਿਆ। ਪੋਲੀਪੈਪਟਾਈਡ ਚੇਨ ਦੇ ਵਿੱਚ ਜਿਹੜਾ ਐਨਜ਼ਾਈਮ ਆ ਟ੍ਰਾਈਪੈਪਟਾਈਡੇਜ਼ ਉਹ ਇਹਨੂੰ ਕਨਵਰਟ ਕਰੇਗਾ ਟ੍ਰਾਈਪੈਪਟਾਈਡ ਦੇ ਵਿੱਚ। ਜਿਹੜੇ ਟ੍ਰਾਈਪੈਪਟਾਈਡ ਜਾਂ ਪੈਪਟਾਈਡ ਚੇਨ ਹੱਲੇ ਵੀ ਹੈਗੀ ਆ ਉਹ ਡਾਈਪੈਪਟਾਈਡੇਜ਼ ਐਨਜ਼ਾਈਮ ਦੀ ਹੈਲਪ ਨਾਲ ਡਾਈਪੈਪਟਾਈਡਸ 'ਚ ਕਨਵਰਟ ਹੁੰਦੀ ਆ। ਦੈਨ ਜਿਹੜੇ ਟ੍ਰਾਈਪੈਪਟਾਈਡ ਕੁਝ ਬਚਿਆ ਰਹਿ ਗਿਆ ਜਾਂ ਬਾਕੀ ਦਾ ਜਿਹੜਾ ਡਾਈਪੈਪਟਾਈਡ ਆ ਉਹ ਅਮੀਨੋਪੈਪਟਾਈਡੇਜ਼ ਐਨਜ਼ਾਈਮ ਦੀ ਹੈਲਪ ਨਾਲ ਅਮੀਨੋ ਐਸਿਡ ਦੇ ਵਿੱਚ ਕਨਵਰਟ ਹੁੰਦਾ ਆ, ਠੀਕ ਹੈ। ਸੋ ਇਸ ਤਰੀਕੇ ਨਾਲ ਕੰਪਲੈਕਸ ਪ੍ਰੋਟੀਨ ਤੋਂ ਸਿੰਪਲ ਸਬਸਟੈਂਸ ਅਮੀਨੋ ਐਸਿਡ ਬਣਦਾ ਅਤੇ ਬਾਡੀ ਇਹਨਾਂ ਨੂੰ ਯੂਜ਼ ਕਰਕੇ ਸਾਨੂੰ ਐਨਰਜੀ ਪ੍ਰੋਵਾਈਡ ਕਰਦੀ ਹੈ, ਠੀਕ ਹੈ। ਇਸ ਸਮੋਲ ਇੰਟੈਸਟਾਈਨ 'ਚ ਇਹ ਐਬਜ਼ੋਰਬ ਹੁੰਦੇ ਆ, ਦੈਨ ਉੱਥੋਂ ਹੀ ਸਾਡੀ ਬਲੱਡ ਦੇ ਥਰੂ ਇਹ ਪੂਰੀ ਬਾਡੀ ਤੱਕ ਪਹੁੰਚ ਕੇ ਐਨਰਜੀ ਪ੍ਰੋਵਾਈਡ ਕਰਦੇ ਆ, ਠੀਕ ਹੈ। ਸੋ ਇਹ ਆਪਣਾ ਇੱਥੇ ਤੱਕ ਇਹ ਕੰਪੋਨੈਂਟਸ ਉਹਨਾਂ ਦੀ ਡਾਈਜੈਸ਼ਨ ਕੰਪਲੀਟ ਹੋ ਗਈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਅੱਗੇ ਸਾਰੇ ਪਾਰਟਸ ਜਿੱਦਾਂ ਲਿਵਰ ਕੀ ਹੈਗਾ, ਲਿਵਰ ਦਾ ਕੀ ਫੰਕਸ਼ਨ ਆ, ਕਿਹਨਾਂ ਨੂੰ ਡਾਈਜੈਸਟ ਕਰਦਾ ਆ, ਠੀਕ ਹੈ, ਫੰਕਸ਼ਨ ਕੀ ਹੈਗੇ ਉਹਦੇ, ਐਂਡ ਉਹਦੇ ਡਿਸਆਰਡਰ ਅਗਰ ਫੰਕਸ਼ਨ ਨਾ ਕਰੇ ਤਾਂ ਕੀ ਹੋ ਸਕਦੇ, ਠੀਕ ਹੈ। ਬਾਕੀ ਪੈਂਕਰੀਆਸ ਹੋ ਗਿਆ, ਸਟਮਕ ਹੋ ਗਿਆ, ਸਮੋਲ ਇੰਟੈਸਟਾਈਨ, ਲਾਰਜ ਇੰਟੈਸਟਾਈਨ, ਇਹਨਾਂ ਬਾਰੇ ਥੋੜ੍ਹਾ ਅੱਗੇ ਡਿਟੇਲ ਦੇ ਵਿੱਚ ਸਾਰੇ ਕਰਕੇ ਦੈਨ ਡਿਸਆਰਡਰ ਕਰਾਂਗੇ, ਠੀਕ ਹੈ। ਵੀਡੀਓ ਅੱਛੀ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਦੈਨ ਬਾਕੀ ਕਰਦੇ ਨੈਕਸਟ ਵੀਡੀਓਜ਼। ਥੈਂਕਸ ਫॉर ਵਾਚਿੰਗ ਦ ਵੀਡੀਓ।